ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਅੱਜ ਦੀ ਵੀਡੀਓ ਜੀਕੇ ਤੇ ਹਿਸਟਰੀ ਤੇ ਵਿਸ਼ਾ ਹੈ ਜੀ ਲੋਧੀ ਤੇ ਦਾਸ ਵੰਸ਼। ਜੋ ਪੀਟੈਟ, ਪੰਜਾਬ ਪੁਲਿਸ, ਕੋਆਪਰੇਟਿਵ ਬੈਂਕ, ਮਾਸਟਰ ਕੈਡਰ, ਕਲਰਕ ਆਦਿ ਪ੍ਰੀਖਿਆਵਾਂ ਵਿੱਚ ਇਸ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ। ਖਾਸ ਤੌਰ ਤੇ ਪੀਟੈਟ ਤੇ ਮਾਸਟਰ ਕੈਡਰ ਹਿਸਟਰੀ ਦੇ ਵਿੱਚ ਇਸ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ। SST ਵਿੱਚ ਲੋਧੀ ਰਾਜਵੰਸ਼, ਇਸ ਦਾ ਸਮਾਂ ਸੀ 1451 ਤੋਂ 1526 ਈਸਵੀ ਤੱਕ। ਲੋਧੀ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਜੀ? ਬਹਿਲੋਲ ਲੋਧੀ। ਤੇ ਦਿੱਲੀ ਉਤੇ ਕਬਜ਼ਾ ਕਰ ਲੈਣ ਵਾਲਾ ਪਹਿਲਾ ਅਫਗਾਨ ਰਾਜਵੰਸ਼ ਕਿਹੜਾ ਸੀ? ਲੋਧੀ ਰਾਜਵੰਸ਼ ਸੀ। ਲੋਧੀ ਰਾਜਵੰਸ਼ ਦਾ ਸਮਾਂ। ਲੋਧੀ ਖਾਨਦਾਨ ਦਾ ਸਭ ਤੋਂ ਵਧੀਆ ਸ਼ਾਸਕ ਕਿਹੜਾ ਹੋਇਆ ਹੈ ਜੀ? ਸਿਕੰਦ ਲੋਧੀ। ਤੇ ਗਜੇ ਸਿਕੰਦਰੀ ਪੈਮਾਨੇ ਦੀ ਸ਼ੁਰੂਆਤ ਕਿਸਨੇ ਕੀਤੀ? ਸਿਕੰਦਰ ਲੋਧੀ ਨੇ ਕੀਤੀ। ਲੋਧੀ ਖਾਨਦਾਨ ਦਾ ਸਭ ਤੋਂ ਵਧੀਆ ਸ਼ਾਸਕ ਸੀ ਜਿਸ ਨੇ ਗਜੇ ਸਿਕੰਦਰੀ ਇੱਕ ਪੈਮਾਨਾ ਬਣਾਇਆ। ਇਸ ਪੈਮਾਨੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਸੀ? ਗਜੇ ਸਿਕੰਦਰੀ ਪੈਮਾਨਾ ਜ਼ਮੀਨ ਦੇ ਮਾਪ ਲਈ ਵਰਤਿਆ ਜਾਂਦਾ ਸੀ, ਜ਼ਮੀਨ ਦੇ ਮਾਪਣ ਲਈ। ਆਗਰਾ ਸ਼ਹਿਰ ਦੀ ਸਥਾਪਨਾ ਸਿਕੰਦ ਲੋਧੀ ਨੇ ਕੀਤੀ। ਜ਼ਮੀਨ ਨੂੰ ਉਸ ਸਮੇਂ ਮਾਪਣ ਦੇ ਲਈ ਇੱਕ ਇਕਾਈ ਬਣਾਈ ਗਈ, ਇੱਕ ਪੈਮਾਨਾ ਬਣਾਇਆ ਗਿਆ ਜਿਸ ਨੂੰ ਗਜੇ ਸਿਕੰਦਰੀ ਕਿਹਾ ਜਾਂਦਾ ਸੀ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਆਗਰਾ ਸ਼ਹਿਰ ਦੀ ਸਥਾਪਨਾ 1504 ਈਸਵੀ ਦੇ ਵਿੱਚ ਹੋਈ ਤੇ ਆਗਰਾ ਨੂੰ ਦਿੱਲੀ ਦੀ ਰਾਜਧਾਨੀ 1506 ਈਸਵੀ ਵਿੱਚ ਬਣਾਇਆ ਗਿਆ। ਆਗਰਾ ਸ਼ਹਿਰ 1504 ਵਿੱਚ ਸਥਾਪਿਤ ਹੋਇਆ ਤੇ ਇਸ ਨੂੰ ਦਿੱਲੀ ਦੀ ਰਾਜਧਾਨੀ 1506 ਈਸਵੀ ਵਿੱਚ ਬਣਾਇਆ ਗਿਆ। ਇੰਪੋਰਟੈਂਟ ਕੁਐਸਚਨ ਹੈ ਜੀ। ਸਿਕੰਦਰ ਲੋਧੀ ਨੇ ਕਵਿਤਾਵਾਂ ਗੁਲਰੁਖੀ ਨਾਂ ਹੇਠ ਲਿਖੀਆਂ ਤੇ ਲੋਧੀ ਵੰਸ਼ ਦਾ ਆਖਰੀ ਸ਼ਾਸਕ ਇਬਰਾਹਿਮ ਲੋਧੀ ਸੀ। ਲੋਧੀ ਵੰਸ਼ ਦਾ ਆਖਰੀ ਸ਼ਾਸਕ ਕਿਹੜਾ ਸੀ ਜੀ? ਇਬਰਾਹਿਮ ਲੋਧੀ ਸੀ। ਉਸ ਤੋਂ ਬਾਅਦ ਲੋਧੀ ਵੰਸ਼ ਦਾ ਜੋ ਹੈ ਅੰਤ ਹੋ ਜਾਂਦਾ ਹੈ। ਤਾਂ ਲੋਧੀ ਵੰਸ਼ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਕੁਤਬੁਦੀਨ ਐਬਕ ਭਾਵ ਦਾਸ ਵੰਸ਼ ਨਾਲ ਸੰਬੰਧਿਤ ਪ੍ਰਸ਼ਨ ਕਰਦੇ ਹਾਂ। ਕੁਤਬੁਦੀਨ ਐਬਕ ਦਾ ਸਮਾਂ 1206 ਤੋਂ 1210 ਈਸਵੀ ਤੱਕ ਦਾ ਹੈ। ਕੁਤਬੁਦੀਨ ਐਬਕ ਮੁਹੰਮਦ ਗੋਰੀ ਦਾ ਗੁਲਾਮ ਸੀ ਤੇ ਭਾਰਤ ਵਿੱਚ ਗੁਲਾਮ ਰਾਜਵੰਸ਼ ਦੀ ਸਥਾਪਨਾ ਕੁਤਬੁਦੀਨ ਐਬਕ ਨੇ ਕੀਤੀ। ਦਾਸ ਤੇ ਗੁਲਾਮ ਰਾਜਵੰਸ਼ ਦੀ ਸਥਾਪਨਾ ਕੁਤਬੁਦੀਨ ਐਬਕ ਨੇ ਭਾਰਤ ਵਿੱਚ ਕੀਤੀ ਜੋ ਮੁਹੰਮਦ ਗੋਰੀ ਦਾ ਇੱਕ ਗੁਲਾਮ ਸੀ। ਮੱਧਕਾਲੀ ਯੁੱਗ ਦੌਰਾਨ ਭਾਰਤ ਵਿੱਚ ਤੁਗਲ ਰਾਜ ਦਾ ਅਸਲ ਸੰਸਥਾਪਕ ਕੌਣ ਸੀ? ਕੁਤਬੁਦੀਨ ਐਬਕ। ਤੇ ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਕੁਤਬੁਦੀਨ ਐਬਕ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਦਾਸ ਵੰਸ਼ ਦੀ ਗੱਲ ਕਰ ਰਹੇ ਹਾਂ। ਇਸ ਦਾ ਸੰਸਥਾਪਕ ਜੋ ਹੈ ਕੁਤਬੁਦੀਨ ਐਬਕ ਸੀ ਜੋ ਕਿ ਦਿੱਲੀ ਸਲਤਨਤ ਦਾ ਦਾਸ ਵੰਸ਼ ਨਾਲ ਸੰਬੰਧਿਤ ਪਹਿਲਾ ਜੋ ਸ਼ਾਸਕ ਸੀ ਤੇ ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਕੁਤਬੁਦੀਨ ਐਬਕ ਇੱਕ ਕਲਾ ਪ੍ਰੇਮੀ ਸੀ ਤੇ ਕੁਤਬੁਦੀਨ ਐਬਕ ਨੇ ਦਿੱਲੀ ਤੇ ਅਜਮੇਰ ਵਿੱਚ ਕੀ ਬਣਵਾਈਆਂ? ਮਸਜਿਦਾਂ ਬਣਵਾਈਆਂ। ਕੁਤਬੁਦੀਨ ਐਬਕ ਨੇ ਕੁਤਬ ਮੀਨਾਰ ਦੀ ਉਸਾਰੀ ਸ਼ੁਰੂ ਕਰ ਦਿੱਤੀ। ਕੁਤਬ ਮੀਨਾਰ ਕਿਸਨੇ ਬਣਵਾਇਆ? ਕੁਤਬੁਦੀਨ ਐਬਕ ਨੇ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇੰਪੋਰਟੈਂਟ ਕੁਐਸਚਨ ਹੈ ਜੀ। ਆਪਣੀਆਂ ਕਾਪੀਆਂ ਤੇ ਨੋਟ ਕਰੀ ਚੱਲੋ ਤੇ ਇਸ ਨੂੰ ਯਾਦ ਕਰਕੇ ਪ੍ਰੀਖਿਆ 'ਚ ਸਫਲਤਾ ਪ੍ਰਾਪਤ ਕਰੋ। 1210 ਈਸਵੀ ਦੇ ਵਿੱਚ ਅਚਾਨਕ ਘੋੜੇ ਤੋਂ ਡਿੱਗ ਗਿਆ ਜਿਸ ਕਰਕੇ ਕੁਤਬੁਦੀਨ ਐਬਕ ਦੀ ਮੌਤ ਹੋ ਗਈ। ਤਾਂ ਕੁਤਬੁਦੀਨ ਐਬਕ ਦੀ ਮੌਤ ਕਿਵੇਂ ਹੋਈ? ਘੋੜੇ ਤੋਂ ਡਿੱਗਣ ਕਰਕੇ। ਕਦੋਂ ਹੋਈ? 1210 ਈਸਵੀ ਵਿੱਚ ਹੋਈ। ਕੁਤਬੁਦੀਨ ਐਬਕ ਨੇ ਇਲਤੁਤਮਿਸ਼ ਦੀ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਮੀਰੇ ਸ਼ਿਕਾਰ ਦੇ ਪਦ ਤੇ ਨਿਯੁਕਤ ਕੀਤਾ ਤੇ ਬਾਅਦ ਵਿੱਚ ਇਲਤੁਤਮਿਸ਼ ਨੂੰ ਆਪਣਾ ਜਵਾਈ ਬਣਾ ਲਿਆ।
बाद विच उसने अपना जवाई बना लिया। अमीरे शिकार के पद ते उसनों नियुक्त किया गया। कुतुबुद्दीन ऐबक की मौत तो बाद उसका पुत्र आराम शाह दिल्ली का शासक बनया, जो कि एक अयोग शासक सी। इल्तुतमिश ने आराम शाह नूं मारता ते 1211 ईस्वी चो दिल्ली का की बन गया, शासक बन गया। इंपॉर्टेंट क्वेश्चन है जी, कुतुबुद्दीन ऐबक के पुत्र का की नाम सी? आराम शाह। ते अयोग शासक सी वो। ते उस तो बाद इल्तुतमिश दिल्ली का शासक बनया ते 1221 ईस्वी विच इल्तुतमिश ने चंगेज़ खां दी अगवाई हेठ भारत नूं मंगोल हमले तो बचाया। चंगेज़ खान की अगवाई हेठ भारत नूं किस तो बचाया? मंगोल हमले तो। इल्तुतमिश ने राज का शासन प्रबंध चलाउण लई 40 अमीरां की नियुक्ति की। इसनूं की कहंदे सी? चालीसा कहा जांदा सी। ते इल्तुतमिश की पुत्री का की नाम सी? रज़िया सुल्तान सी। इंपॉर्टेंट क्वेश्चन है जी। चालीसा की स्थापना इल्तुतमिश ने की अपना राज शासन प्रबंध चलाउण दे लई ते उसकी पुत्री का नाम रज़िया सुल्तान। इल्तुतमिश की मौत तो बाद रज़िया सुल्तान दिल्ली की सल्तनत की शासक बनी। रज़िया सुल्तान ने 1236 तो 1240 ईस्वी तक राज किया ते उस समय पसंद नहीं सी किया जाता कि एक स्त्री राज करे, सो 1240 ईस्वी विच उसनूं मार दिता गया। रज़िया सुल्ताना की मौत कदों हुई? 1240। उसका शासन काल 1236 तो 1240। रज़िया सुल्तान के पिछों बहराम शाह, अलाउद्दीन मसूद शाह अते नसीर उद्दीन आदि कई अयोग शासक सत्ता विच आए। ये सारे ही अयोग शासक सन जो शासन की बागडोर ना संभाल सके। नसीर उद्दीन की मौत के पिछों 1266 ईस्वी विच गयासुद्दीन बलबन ने अपने आप नूं दिल्ली का शासक घोषित कर दिता। 1266 दिल्ली का शासक कौन बनया? गयासुद्दीन बलबन। गयासुद्दीन बलबन ने मुगलों के विरुद्ध एक कठोर नीति अपनाई, जिसनूं लहू ते लोहे की नीति कहा जाता है। ते 1286 दे विच गयासुद्दीन बलबन की मौत हो गई। गयासुद्दीन बलबन की मौत कदों हुई सी? 1286 ईस्वी दे विच हो गई। लहू ते लोहे की नीति किसने अपनाई? गयासुद्दीन बलबन ने अपनाई। बड़े इंपॉर्टेंट क्वेश्चन ने। उसके उत्तराधिकारी अयोग ते कमज़ोर होने करके जलाल उद्दीन खिलजी दिल्ली की गद्दी ते बैठा ते इस तरह दास वंश का जो है अंत हो गया। सो इस तरह अज की वीडियो मैं तुहानूं लोधी वंश ते इस दे नाल नाल दास वंश के बारे महत्वपूर्ण प्रश्न करवाए ने। प्रश्न सारे ही महत्वपूर्ण ने, तुसीं अपनी कापी ते नोट करने ने, याद करने ने ते अपनी ਪ੍ਰੀਖਿਆ ਨੂੰ पास करना है। इस तो इलावा होर इस तरह के जानकारियां प्राप्त करने लई मेरे यूट्यूब चैनल पंजाबी वाले भैन जी नूं सबसक्राइब कर जनरल नॉलेज, करंट अफेयर पंजाबी ते स्विक्स विषय नाल संबंधित महत्वपूर्ण जानकारियां प्राप्त करो जी। इस चैनल ते मैं तुहानूं इंपॉर्टेंट क्वेश्चन ही करा रही हाँ, वो भावें जनरल नॉलेज है, करंट अफेयर है जां पंजाबी। इस तो इलावा फेसबुक ते मेरा एक पेज पंजाबी वाले भैन जी के नाम से चल रहा है। इस पेज ते भी तुहाडी ਪ੍ਰੀਖਿਆ नाल संबंधित काफ़ी मटीरियल है, उसनूं लाइक, फॉलो ते शेयर जरूर करो। सत श्री अकाल जी, स्वागत है मेरे यूट्यूब चैनल ते फेसबुक पेज पंजाबी वाले भैन जी ते तुहाडा सारिਆਂ ਦਾ। इस चैनल ते मैं तुहानूं जनरल नॉलेज, करंट अफेयर पंजाबी ते स्विक्स विषय नाल संबंधित महत्वपूर्ण जानकारियां दे रही हाँ। अज दी वीडियो जीके ते हिस्टरी दिल्ली सल्तनत ते दिल्ली सल्तनत दे विच अज मैं खिलजी वंश के बारे गलबात करांगी, जिस नाल संबंधित प्रश्न पीटेट, पंजाब पुलिस, कोऑपरेटिव बैंक, मास्टर कैडर, SST, क्लर्क आदि ਪ੍ਰੀਖਿਆਵਾਂ विच जिहड़े पूछे गए महत्वपूर्ण प्रश्न ने उन्हां बारे गलबात करते हाँ। खिलजी वंश उसका समा है जी 1290 तो 1320 ईस्वी। खिलजी वंश का संस्थापक कौन सी?
जलालउद्दीन खिलजी। जलालउद्दीन खिलजी ने 1290 तो 1296 तक दिल्ली सल्तनत ते शासन किया। उसका शासन काल 1290 तो 1296 ईस्वी तक। अलाउद्दीन खिलजी जो जलालउद्दीन खिलजी दा भतीजा ते जवाई सी। 1296 ईस्वी विच जलालउद्दीन खिलजी नूं उसने कतल किया ते अलाउद्दीन खिलजी दिल्ली सल्तनत की गद्दी ते बैठ गया। अलाउद्दीन खिलजी 1296 तो 1316 ईस्वी तक इसका शासन काल है। खिलजी वंश का प्रसिद्ध शासक अलाउद्दीन खिलजी सी। अलाउद्दीन खिलजी का शासन काल किन्ना सी? 1296 तो 1316 ईस्वी। शासन काल, संस्थापक, हरवंश नाल संबंधित महत्वपूर्ण प्रश्न ने। ये प्रश्न तुसी अपनी कापी ते नोट करके याद करने हैं। खिलजी वंश बारे 1299 ईस्वी विच अलाउद्दीन खिलजी ने गुजरात ते जित प्राप्त की। 1301 ईस्वी विच रतनपुर ते अधिकार ते 1303 ईस्वी विच चित्तौड़ ते कब्जा किया। किसने? अलाउद्दीन खिलजी ने। खिलजी वंश बारे इस वीडियो विच मैं तुहाडे नाल गलबात करदी हाँ। इस तो पहलियां दो वीडियो भी जड़ियां दिल्ली सल्तनत काल नाल संबंधित हैं, दिल्ली सल्तनत नाल संबंधित हैं। खिलजी वंश का प्रसिद्ध शासक किहड़ा होया जी? अलाउद्दीन खिलजी। सब तो प्रसिद्ध शासक होया जी अलाउद्दीन खिलजी, खिलजी वंश का। अलाउद्दीन खिलजी दे जरनैल का नाम मलिक कफूर सी ते मलिक कफूर की अगवाई विच एक वड्डी फौज ने दक्षिणी भारत ते हमला किया। इंपॉर्टेंट क्वेश्चन है कि उसके फौजी जरनल का की नाम सी? काफूर, मलिक काफूर। मास्टर कैडर ते पीटेट ये प्रश्न जरूर पूछे जाते हैं। अलाउद्दीन खिलजी ने कीमतां, चीज़ां दियां कीमतां वधाउण ते रोक लाउण लई मंडी अफसरां की नियुक्ति की। किस दी नियुक्ति की? मंडी अफसरां की नियुक्ति की तां जो चीज़ां दियां कीमतां जिहड़ियां वधन ना। अलाउद्दीन खिलजी ने सैनिकां दे हुलिये लिखण ते घोड़ियां नूं दागण की प्रथा शुरू की। अलाउद्दीन खिलजी ने जो सैनिक रखे उन्होंने उसने नगद तनख्वाह देनी शुरू कर दी। तनख्वाह तो दी लेकिन नगद तनख्वाह देनी शुरू कर दी। इंपॉर्टेंट क्वेश्चन है जी। खिलजी वंश नाल संबंधित अलाउद्दीन खिलजी ने गुप्तचरां नूं भी रोज़गार दिता जो साम्राज्य के ਵੱਖ-ਵੱਖ हिस्सों में लगाए सन। गुप्तचर जो कि अलाउद्दीन खिलजी नूं गुप्त सूचनावां दिंदे सन, उन्हां लोकां नूं रोज़गार दिता, उन्हां नूं तनख्वाह दित्ती ते साम्राज्य के अलग-अलग हिस्सों में उन्हां नूं काम दिता। 1316 ईस्वी विच अलाउद्दीन खिलजी की मौत पिछों शहबुद्दीन उमर, मुबारक शाह, नसीरुद्दीन खुसरो शाह नां दे सुल्तानां ने शासन किया। उस तो बाद अलाउद्दीन खिलजी तो बाद शासन किया अलग अलग शासकों ने। 1320 ईस्वी विच गयासुद्दीन तुगलक ने खुसरो शाह की हत्या कर दी। इस तरह खिलजी वंश का जिहड़ा है अंत हो गया। तो खिलजी वंश का आखिरी शासक फिर किहड़ा होया? खुसरो शाह जिहड़ा है इसका अंतिम शासक होया। हुण आपां दिल्ली सल्तनत के बारे गलबात करते हाँ। किहड़े वंश ने इस ते शासन किया? पहला सी जी गुलाम वंश जिसका शासन काल सी 1206 तो 1290 ईस्वी तक। गुलाम वंश दिल्ली सल्तनत के राज करने वाले वंशों बारे गलबात करते हाँ। दूसरा वंश है जी खिलजी वंश जिस बार गलबात की जा रही है। इसका शासन काल है जी 1290 ईस्वी तो 1320 ईस्वी तक। दिल्ली सल्तनत के अलग अलग वंश के शासन काल। अगला वंश है जी तुगलक वंश।
ਇਸ ਦਾ ਸ਼ਾਸਨ ਕਾਲ ਹੈ 1320 ਤੋਂ 1414 ਈਸਵੀ। ਤੁਗਲਕ ਵੰਸ਼ ਤੇ ਇੱਕ ਅਲੱਗ ਵੀਡੀਓ ਮੈਂ ਪਾਈ ਹੈ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਗਲਾ ਵੰਸ਼ ਹੈ ਸਯਦ ਵੰਸ਼। ਸ਼ਾਸਨ ਕਾਲ ਹੈ ਜੀ 1414 ਤੋਂ 1451 ਈਸਵੀ। ਵੰਸ਼ ਤੇ ਉਸ ਦਾ ਸ਼ਾਸਨ ਕਾਲ ਇਹ ਤੁਸੀਂ ਜ਼ਰੂਰ ਯਾਦ ਕਰਨੇ ਨੇ, ਆਪਣੀ ਕਾਪੀ ਤੇ ਨੋਟ ਵੀ ਕਰਨੇ ਹਨ। ਲੋਧੀ ਵੰਸ਼, ਜਿਸ ਦਾ ਸ਼ਾਸਨ ਕਾਲ 1451 ਈਸਵੀ ਤੋਂ 1526 ਈਸਵੀ ਤੱਕ ਦਾ ਹੈ। ਲੋਧੀ ਵੰਸ਼ ਦੇ ਬਾਰੇ ਇੱਕ ਅਲੱਗ ਵੀਡੀਓ ਜਿਹੜੀ ਹੈ ਲੋਧੀ ਤੇ ਸਯਦ ਵੰਸ਼ ਬਾਰੇ ਮੈਂ ਆਪਣੇ ਚੈਨਲ 'ਤੇ ਪਾਈ ਹੈ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਆਪਣੇ ਪੇਪਰ ਦੀ ਵਧੀਆ ਤਿਆਰੀ ਕਰਾ ਸਕਦੇ ਹੋ। ਇਸ ਤਰ੍ਹਾਂ ਅੱਜ ਮੈਂ ਦਿੱਲੀ ਸਲਤਨਤ ਦੇ ਵਿੱਚ ਖਿਲਜੀ ਵੰਸ਼ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ। ਇੰਪੋਰਟੈਂਟ ਕੁਐਸਚਨ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰ ਪੇਪਰ ਦੀ ਤਿਆਰੀ ਕਰੋ ਤੇ ਸਫਲਤਾ ਹਾਸਲ ਕਰੋ। ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਤੇ ਨਾਂ ਤੇ ਚੱਲ ਰਿਹਾ ਹੈ। ਮੇਰੇ ਇਸ ਪੇਜ ਨੂੰ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਮੇਰੇ YouTube ਚੈਨਲ ਤੇ ਫੇਸਬੁੱਕ ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਅੱਜ ਦੀ ਵੀਡੀਓ ਜਨਰਲ ਨੌਲੇਜ ਤੇ ਹਿਸਟਰੀ, ਇਸ ਦੇ ਵਿੱਚ ਤੁਗਲਕ ਵੰਸ਼ ਦੇ ਬਾਰੇ ਤੁਹਾਨੂੰ ਜਾਣਕਾਰੀ ਦਾਂਗੀ, ਜੋ ਪੀਟੈਟ, ਪੰਜਾਬ ਪੁਲਿਸ, ਕੋਆਪਰੇਟਿਵ ਬੈਂਕ, ਮਾਸਟਰ ਕੈਡਰ ਤੇ ਕਲਰਕ ਆਦਿ ਪ੍ਰੀਖਿਆਵਾਂ ਵਿੱਚ ਇਸ ਵਿਸ਼ੇ ਤੋਂ ਪ੍ਰਸ਼ਨ ਪੁੱਛੇ ਗਏ ਹਨ। ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ ਜੀ? ਗਿਆਸੁਦੀਨ ਤੁਗਲਕ ਸ਼ਾਹ ਸੀ। ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਗਿਆਸੁਦੀਨ ਤੁਗਲਕ ਸ਼ਾਹ ਸੀ। ਗਿਆਸੁਦੀਨ ਤੁਗਲਕ ਸ਼ਾਹ ਦਾ ਸ਼ਾਸਨ ਕਾਲ ਕਿੰਨਾ ਸੀ? 1320 ਤੋਂ 1325 ਈਸਵੀ ਤੱਕ। ਗਿਆਸੁਦੀਨ ਤੁਗਲਕ ਸ਼ਾਹ ਦਾ ਉੱਤਰਾਧਿਕਾਰੀ ਕੌਣ ਸੀ? ਮੁਹੰਮਦ ਬਿਨ ਤੁਗਲਕ ਸੀ। ਤੇ ਮੁਹੰਮਦ ਬਿਨ ਤੁਗਲਕ ਦਾ ਸ਼ਾਸਨ ਕਾਲ ਕਿੰਨਾ ਸੀ? 1325 ਤੋਂ 1351 ਈਸਵੀ ਸੀ। ਗਿਆਸੁਦੀਨ ਤੁਗਲਕ ਸ਼ਾਹ ਦਾ 1320 ਤੋਂ 1325 ਤੇ ਮੁਹੰਮਦ ਬਿਨ ਤੁਗਲਕ ਦਾ 1325 ਤੋਂ 1351। ਮੁਹੰਮਦ ਬਿਨ ਤੁਗਲਕ ਨੂੰ ਹੋਰ ਕੀ ਕਿਹਾ ਜਾਂਦਾ ਸੀ? ਬੁੱਧੀਮਾਨ ਮੂਰਖ। ਮੁਹੰਮਦ ਬਿਨ ਤੁਗਲਕ ਨੇ ਲੋਕਾਂ ਨੂੰ ਦਿੱਲੀ ਤੋਂ ਦੌਲਤਾਬਾਦ ਜਾਣ ਲਈ ਮਜਬੂਰ ਕੀਤਾ। ਦਿੱਲੀ ਤੋਂ ਦੌਲਤਾਬਾਦ ਜਾਣ ਲਈ ਲੋਕਾਂ ਨੂੰ ਉਸਨੇ ਮਜਬੂਰ ਕੀਤਾ। ਬੁੱਧੀਮਾਨ ਮੂਰਖ ਵਾਲਾ ਕੁਐਸਚਨ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। 1327 ਈਸਵੀ ਵਿੱਚ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਬਦਲ ਕੇ ਦੇਵਗਿਰੀ ਬਣਾਉਣ ਦਾ ਫੈਸਲਾ ਕੀਤਾ। ਦਿੱਲੀ ਤੋਂ ਬਦਲ ਕੇ ਕਿਹੜੀ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ? ਦੇਵਗਿਰੀ। ਕਦੋਂ? 1327 ਈਸਵੀ ਵਿੱਚ। ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਜਾਰੀ ਕੀਤੇ। ਕਦੋਂ ਜਾਰੀ ਕੀਤੇ? 1330 ਈਸਵੀ ਵਿੱਚ। ਤੇ ਕਾਂਸੇ ਦੇ ਸਿੱਕੇ ਜਾਰੀ ਕਰਨ ਦਾ ਮੁੱਖ ਕਾਰਨ ਕੀ ਸੀ? ਉਸ ਸਮੇਂ ਸੰਸਾਰ ਵਿੱਚ ਚਾਂਦੀ ਦੀ ਕਮੀ ਹੋਣ ਲੱਗ ਪਈ ਸੀ। ਪਹਿਲਾਂ ਚਾਂਦੀ ਦੇ ਸਿੱਕੇ ਹੁੰਦੇ ਸਨ, ਕਮੀ ਹੋਣ ਕਰਕੇ ਉਸਨੇ ਕਾਂਸੇ ਦੇ ਸਿੱਕੇ ਜੋ ਹੈ ਜਾਰੀ ਕਰ ਦਿੱਤੇ। ਕਦੋਂ? 1330 ਈਸਵੀ ਵਿੱਚ। ਕਾਂਸੇ ਦੇ ਸਿੱਕਿਆਂ ਦੀ ਕੀਮਤ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਸੀ। ਪਹਿਲਾਂ ਚਾਂਦੀ ਦੇ ਸਿੱਕੇ ਹੁੰਦੇ ਸਨ, ਫਿਰ ਕਾਂਸੇ ਦੇ, ਤੇ ਇਹਨਾਂ ਦੋਨਾਂ ਦੀ ਕੀਮਤ ਜਿਹੜੀ ਹੈ ਉਹ ਬਰਾਬਰ ਹੁੰਦੀ ਸੀ। ਕਾਂਸੇ ਦੇ ਸਿੱਕੇ ਬਣਾਉਣ ਦੀ ਯੋਜਨਾ ਦੀ ਅਸਫਲਤਾ ਦਾ ਮੁੱਖ ਕਾਰਨ ਲੋਕਾਂ ਦੁਆਰਾ ਨਕਲੀ ਸਿੱਕੇ ਬਣਾਉਣਾ ਸੀ ਕਿ ਲੋਕਾਂ ਨੇ ਕਾਂਸੇ ਦੇ ਘਰੇ ਨਕਲੀ ਸਿੱਕੇ ਬਣਾਉਣੇ ਸ਼ੁਰੂ ਕਰਤੇ। ਮੁਹੰਮਦ ਬਿਨ ਤੁਗਲਕ ਨੇ ਲੋਕਾਂ ਤੋਂ ਕਾਂਸੇ ਦੇ ਸਿੱਕੇ ਵਾਪਸ ਲਏ ਤੇ ਚਾਂਦੀ ਦੇ ਸਿੱਕੇ ਦਿੱਤੇ। ਕਾਂਸੇ ਦੇ ਸਿੱਕੇ ਨਕਲੀ ਜਦੋਂ ਲੋਕਾਂ ਨੇ ਬਣਾਉਣੇ ਸ਼ੁਰੂ ਕੀਤੇ ਤਾਂ ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਵਾਪਸ ਲੈ ਕੇ ਚਾਂਦੀ ਦੇ ਸਿੱਕੇ ਉਹਨਾਂ ਨੂੰ ਦੇ ਦਿੱਤੇ। ਮੁਹੰਮਦ ਬਿਨ ਤੁਗਲਕ ਨੇ
ਦੁਆਬੇ ਦੇ ਇਲਾਕੇ ਦਾ ਭੂਮੀ ਲਗਾਨ ਵਧਾਤਾ। ਦੁਆਬੇ ਦੇ ਇਲਾਕੇ ਤੋਂ ਉਹਨੇ ਜੋ ਭੂਮੀ ਦਾ ਲਗਾਨ ਜਾਂ ਕਰ ਇਕੱਠਾ ਕਰਦਾ ਸੀ ਉਸ ਦੇ ਵਿੱਚ ਉਸਨੇ ਵਾਧਾ ਕਰਤਾ। ਮਹਾਨ ਬਾਦਸ਼ਾਹ ਬਣਨ ਲਈ ਮੁਹੰਮਦ ਬਿਨ ਤੁਗਲਕ ਨੇ ਖੁਰਾਸੇਨ ਨੂੰ ਜਿੱਤਣ ਦਾ ਫੈਸਲਾ ਕੀਤਾ, ਜੋ ਕਿ ਇਲਾਕਾ ਸੀ। ਮੁਹੰਮਦ ਬਿਨ ਤੁਗਲਕ ਦੀ ਮੌਤ ਕਦੋਂ ਹੋ ਗਈ? 1351 ਈਸਵੀ ਦੇ ਵਿੱਚ। ਸ਼ਾਸਨਕਾਲ 1325 ਤੋਂ 1351 ਈਸਵੀ ਦੇ ਵਿੱਚ ਉਸ ਦਾ ਸ਼ਾਸਨਕਾਲ ਸੀ। ਅਤੇ 1351 ਈਸਵੀ ਵਿੱਚ ਮੁਹੰਮਦ ਬਿਨ ਤੁਗਲਕ ਦੀ ਮੌਤ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਦਿੱਲੀ ਦਾ ਸ਼ਾਸਕ ਕੌਣ ਬਣਿਆ? ਫਿਰੋਜ਼ ਸ਼ਾਹ ਤੁਗਲਕ। ਤੇ ਫਿਰੋਜ਼ ਸ਼ਾਹ ਤੁਗਲਕ ਦਾ ਸ਼ਾਸਨਕਾਲ 1351 ਤੋਂ 1388 ਈਸਵੀ ਸੀ। ਲੋਕਾਂ ਦੀ ਭਲਾਈ ਲਈ ਫਿਰੋਜ਼ ਸ਼ਾਹ ਤੁਗਲਕ ਨੇ ਕਈ ਯੋਜਨਾਵਾਂ ਬਣਾਈਆਂ, ਨਹਿਰਾਂ ਤੇ ਖੂਹ ਖੁਦਵਾਏ, ਸੜਕਾਂ ਬਣਵਾਈਆਂ। ਤਾਂ ਫਿਰੋਜ਼ ਸ਼ਾਹ ਤੁਗਲਕ ਦਾ ਸ਼ਾਸਨਕਾਲ 1351 ਤੋਂ 1388 ਈਸਵੀ ਤੱਕ ਦਾ ਸੀ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਲੋਕਾਂ ਦੀ ਭਲਾਈ ਲਈ ਉਸਨੇ ਬੜੇ ਕੰਮ ਕੀਤੇ, ਕਈ ਯੋਜਨਾਵਾਂ ਬਣਾਈਆਂ। ਫਿਰੋਜ਼ਾਬਾਦ, ਫਿਰੋਜ਼ਪੁਰ, ਜੌਨਪੁਰ ਅਤੇ ਹਿਸਾਰ ਆਦਿ ਕਸਬੇ ਫਿਰੋਜ਼ ਸ਼ਾਹ ਤੁਗਲਕ ਨੇ ਬਣਵਾਏ। ਤੇ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਕਦੋਂ ਹੋ ਗਈ? 1388 ਈਸਵੀ ਵਿੱਚ ਹੋਈ। 1388 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਉਸਨੇ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਕਈ ਯੋਜਨਾਵਾਂ ਬਣਾਈਆਂ। 1398 ਈਸਵੀ ਵਿੱਚ ਦਿੱਲੀ ਨੂੰ ਤੈਮੂਰ ਨੇ ਜਿੱਤ ਲਿਆ ਤੇ ਤੈਮੂਰ ਨੇ ਖਿਜ਼ਰ ਖਾਨ ਨੂੰ ਮੁਲਤਾਨ, ਲਾਹੌਰ ਤੇ ਦੀਪਾਲਪੁਰ ਦਾ ਕੀ ਬਣਾਤਾ? ਗਵਰਨਰ ਨਿਯੁਕਤ ਕਰ ਦਿੱਤਾ। ਤੁਗਲਕ ਵੰਸ਼ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਨੇ ਮੈਂ ਤੁਹਾਨੂੰ ਕਰਵਾ ਰਹੀ ਹਾਂ। ਜਦੋਂ ਖਿਜ਼ਰ ਖਾਨ ਨੂੰ ਗਵਰਨਰ ਬਣਾਇਆ ਗਿਆ ਤਾਂ ਉਸ ਤੋਂ ਬਾਅਦ 1414 ਈਸਵੀ ਵਿੱਚ ਖਿਜ਼ਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ। ਸੋ ਇਸ ਤਰ੍ਹਾਂ ਦਿੱਲੀ ਜਿੱਤਣ ਤੋਂ ਬਾਅਦ ਤੁਗਲਕ ਵੰਸ਼ ਦਾ ਪਤਨ ਜਿਹੜਾ ਹੈ 1414 ਈਸਵੀ ਵਿੱਚ ਹੋ ਗਿਆ। ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਗਲਕ ਵੰਸ਼ ਦੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਵਿੱਚੋਂ ਹਿਸਟਰੀ ਦੇ ਵਿੱਚ ਮਾਸਟਰ ਕੈਡਰ ਪੀਟੈਟ ਦੇ ਵਿੱਚ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਤੁਸੀਂ ਇਹ ਪ੍ਰਸ਼ਨ ਨੋਟ ਕਰਕੇ ਯਾਦ ਕਰਨੇ ਹਨ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਇਸ ਤੋਂ ਇਲਾਵਾ ਫੇਸਬੁੱਕ 'ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ 'ਤੇ ਚੱਲ ਰਿਹਾ ਹੈ। ਮੇਰੇ ਇਸ ਪੇਜ ਨੂੰ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ। ਧੰਨਵਾਦ।